हाँ जी, की हाल है जी? क्लास 12th वाले हो? ठीक हो सारे? ऑल गुड? चलो ਵਧੀਆ ਚਾਹੀਦਾ। मैं रमन स्कोप अकेडमी गुरदासपुर तो और ਅਸੀਂ शुरू ਕਰਨ जा रहे हैं आज ਦੀ क्लास केमिस्ट्री ਦੀ। क्लास 12th केमिस्ट्री यूनिट ਕਿਹੜਾ ਚੱਲ ਰਿਹਾ ਸੀ ਸਾਡਾ? यूनिट ਚੱਲਦਾ ਪਿਆ ਸੀ ਇਲੈਕਟ੍ਰੋਕੈਮਿਸਟਰੀ। ਸੋ ਇਲੈਕਟ੍ਰੋਕੈਮਿਸਟਰੀ ਦਾ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਪਾर्ट ਸਾਡੇ ਸਾਹਮਣੇ ਆਉਣ ਜਾ ਰਿਹਾ ਔਰ ਉਹ ਪਾर्ट ਡਿਪੈਂਡ ਕਰਦਾ ਹੈ ਇਲੈਕਟ੍ਰੋਕੈਮਿਸਟਰੀ ਦੇ ਮੇਨ ਕਨਸੈਪਟਸ ਦੇ ਉੱਤੇ। ਠੀਕ ਹੈ, ਲਾਸਟ ਟਾਈਮ ਪੜ੍ਹਿਆ ਸੀ ਅਸੀਂ ਕੋਲਰੈਸ਼ਿਸ ਲਾ ਔਰ ਉਹਦੀਆਂ ਐਪਲੀਕੇਸ਼ਨਸ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਲੈਕਟ੍ਰੋਕੈਮੀਕਲ ਸੈਲਸ, ਜਾਂ ਕਹਿ ਲਓ ਸਿੰਪਲੀ ਕਹਿ ਲਓ ਸੈਲਸ। ਸਾਡੇ ਕੋਲ ਦੋ ਤਰ੍ਹਾਂ ਦੇ ਸੈੱਲ ਨੇ, ਇੱਕ ਹੁੰਦੇ ਆ ਇਲੈਕਟ੍ਰੋਕੈਮੀਕਲ ਸੈੱਲ ਤੇ ਦੂਸਰਾ ਹੁੰਦਾ ਹੈ ਇਲੈਕਟ੍ਰੋਲਿਟਿਕ ਸੈੱਲ। ਦੋਨਾਂ ਦਾ ਕੰਮ ਜਿਹੜਾ ਵਾ ਉਹ ਇਲੈਕਟ੍ਰਿਸਿਟੀ ਜਾਂ ਇਲੈਕਟ੍ਰਿਕ ਊਰਜਾ ਪ੍ਰਦਾਨ ਕਰਨਾ ਹੀ ਹੈ। ਆਪਾਂ ਇਹਨਾਂ ਦਾ ਯੂਜ਼ ਕਰਦੇ ਹਾਂ। ਪਰ ਜਿਹੜਾ ਤੁਹਾਡਾ ਇਲੈਕਟ੍ਰੋਕੈਮੀਕਲ ਸੈੱਲ ਹੈ ਇਹਨੂੰ ਅਸੀਂ ਗਲਵੈਨਿਕ ਸੈੱਲ ਵੀ ਕਹਿੰਦੇ ਆ। ਬੁੱਕ ਦੇ ਵਿੱਚ ਇਹਨੂੰ ਗਲਵੈਨਿਕ ਸੈੱਲ ਲਿਖਿਆ ਹੋਇਆ। ਇਹਨੂੰ ਤੁਸੀਂ ਵੋਲਟਿਕ ਸੈੱਲ ਵੀ ਕਹਿ ਸਕਦੇ ਹੋ, ਵੋਲਟਿਕ ਸੈੱਲ। ਇਹ ਉਹ ਸੈੱਲ ਹੈ ਜਿਹਦੇ ਵਿੱਚ ਕੈਮੀਕਲ એનર્ਜੀ is converted into electrical energy। ਜਦੋਂ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਦੇ ਆ ਤੇ ਉਸ ਡਿਵਾਈਸ ਉਸ ਸੈੱਲ ਦਾ ਨਾਮ ਕੀ ਹੋ ਜਾਂਦਾ? ਇਲੈਕਟ੍ਰੋਕੈਮੀਕਲ ਸੈੱਲ। ਜਦੋਂ ਇਲੈਕਟ੍ਰੀਕਲ એનર્ਜੀ ਤੋਂ ਅਸੀਂ ਕੈਮੀਕਲ ਰਿਐਕਸ਼ਨ ਜਾਂ ਸਪੋਂਟੇਨੀਅਸ ਕੈਮੀਕਲ એનર્ਜੀ ਪ੍ਰੋਡਿਊਸ ਕਰਨੀ ਹੈ ਤੇ ਅਸੀਂ ਇਹਨੂੰ ਬੋਲ ਦਿੰਦੇ ਆ ਇਲੈਕਟ੍ਰੋਲਿਟਿਕ ਸੈੱਲ। ਕਿਉਂਕਿ ਇਹ ਬਾਅਦ ਵਿੱਚ ਆਣਾ, ਇਹ ਅਜੇ ਨਹੀਂ ਹੈ ਸਾਡੇ ਕੋਲ। ਅਸੀਂ ਗੱਲ ਇਸੇ ਸੈੱਲ ਦੀ ਕਰਾਂਗੇ ਬਿਲਕੁਲ ਡੀਪਲੀ। ਕਲੀਅਰ ਹੋ ਗਈ ਗੱਲ ਇੱਥੋਂ ਤੱਕ? ਕਲੀਅਰ। ਅਸੀਂ ਕੀ ਪੜ੍ਹਨ ਜਾ ਰਹੇ ਹਾਂ ਅੱਜ? ਅਸੀਂ ਪੜ੍ਹਨ ਜਾ ਰਹੇ ਹਾਂ ਇਲੈਕਟ੍ਰੋਕੈਮੀਕਲ ਸੈੱਲ ਕਿਹੜਾ ਔਰ ਇਹਦੀ ਵਰਕਿੰਗ ਕੀ ਆ ਔਰ ਇਹਦੇ ਨਾਲ ਜੁੜੇ ਹੋਏ ਇੰਪੋਰਟੈਂਟ ਉਹ ਟੌਪਿਕਸ ਜੋ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਵੈਲਿਊ ਰੱਖਦੇ ਨੇ। ਠੀਕ ਹੈ, ਚਲੋ ਜੀ, ਮੈਂ ਤੁਹਾਨੂੰ ਇਹਨੂੰ ਬਿਲਕੁਲ ਬੇਸਿਕਸ ਵੈਲਿਊਜ਼ ਤੋਂ ਕਵਰ ਕਰਵਾਣਾ। ਤੁਹਾਨੂੰ ਪਤਾ ਇਲੈਕਟ੍ਰੋਕੈਮੀਕਲ ਸੈੱਲ ਜੋ ਹੈ, ਜਾਂ ਕਹਿ ਲਓ ਕਿ ਇਹ ਜਿਹੜੇ ਸੈਲਸ ਨੇ ਇਹਨਾਂ ਦੀ ਪ੍ਰੋਡਕਸ਼ਨ ਕਿੱਦਾਂ ਹੋਈ ਸੀ, ਕਿੱਦਾਂ ਪ੍ਰੋਡਿਊਸ ਹੋਇਆ ਕਿ ਹਾਂ ਜੀ ਇਹ ਸੈੱਲ ਦਾ ਯੂਜ਼ ਹੋਇਆ। ਇੱਕ ਐਕਸਪੈਰੀਮੈਂਟ ਕੀਤਾ ਗਿਆ। ਉਸ ਐਕਸਪੈਰੀਮੈਂਟ ਦੇ ਵਿੱਚ ਕੀ ਕੀਤਾ ਗਿਆ ਕਿ ਸੋਲਿਊਸ਼ਨ ਲਿਆ ਗਿਆ ਕਾਪਰ ਸਲਫੇਟ ਦਾ ਔਰ ਉਸ ਸੋਲਿਊਸ਼ਨ ਦੇ ਵਿੱਚ ਡਿਪ ਕਰ ਦਿੱਤਾ ਗਿਆ ਕਿਹਨੂੰ? ਜ਼ਿੰਕ ਰੋਡ ਨੂੰ। ਕਿਹਨੂੰ ਕੀਤਾ ਗਿਆ? ਜ਼ਿੰਕ ਰੋਡ ਨੂੰ। ਇੱਕ ਬੀਕਰ ਲਿਆ ਗਿਆ, ਕੰਟੇਨਰ ਲਿਆ ਗਿਆ, ਉਸ ਕੰਟੇਨਰ ਵਿੱਚ ਕਾਪਰ ਸਲਫੇਟ ਸੋਲਿਊਸ਼ਨ ਮਿਲਾਇਆ ਗਿਆ, ਜਾਂ ਇਹਨੂੰ ਤੁਸੀਂ ਇਲੈਕਟ੍ਰੋਲਾਈਟ ਕਹਿ ਲਓ। ਠੀਕ ਹੈ, ਤੇ ਉਹਦੇ ਤੋਂ ਬਾਅਦ ਉਹਦੇ ਵਿੱਚ ਡਿਪ ਕਰ ਦਿੱਤਾ ਗਿਆ ਜ਼ਿੰਕ ਰੋਡ ਨੂੰ। ਤੁਹਾਨੂੰ ਪਤਾ ਕੁਝ ਦੇਰ ਬਾਅਦ ਕੀ ਦੇਖਣ ਨੂੰ ਮਿਲਿਆ? ਕੁਝ ਦੇਰ ਬਾਅਦ ਇਹ ਦੇਖਣ ਨੂੰ ਮਿਲਿਆ ਕਿ ਜਿਹੜੀ ਜ਼ਿੰਕ ਰੋਡ ਹੈ ਉਹ ਰਿਡਿਊਸਡ ਹੋ ਗਈ ਹੈ, ਉਹਦਾ weight ਘਟ ਗਿਆ, यानी कि वो रोड थोड़ी जी रिड्यूस्ड हो गई। ठीक है, मैं थोड़ा इस तरह शक्ल बना देना। जिंक रोड की कर गई, रिड्यूस कर गई। और तन पता कापर सल्फेट जो है ਉਹਦੇ ਵਿੱਚ Cu2 ਪੋਜ਼ਿਟਿਵ ਆਇਨ ਹੁੰਦੇ ਆ ਜਿਹਦੇ ਕਰਕੇ ਕਾਪਰ ਸਲਫੇਟ ਬਲੂ ਕਲਰ ਦਾ ਦਿਖਾਈ ਦਿੰਦਾ। ਠੀਕ ਹੈ, Cu2 ਪੋਜ਼ਿਟਿਵ ਆਇਨ ਕਰਕੇ ਬਲੂ ਕਲਰ ਦਾ ਇਹ ਦਿਖਾਈ ਦਿੰਦਾ। ਉਹਦਾ ਜਿਹੜਾ ਬਲੂ ਕਲਰ ਸੀ, ब्लू कलर वो भी फेड हो गया। फेड मतलब फिक्का हो गया, ब्लू कलर ਉਹਦਾ खत्म होने लग पाया। और
ਇਲੈਕਟ੍ਰੋਲਾਈਟਿਕ ਸੋਲਿਊਸ਼ਨ ਦੇ ਬਾਟਮ ਦੇ ਉੱਤੇ ਇਸ ਕਾਪਰ ਸਲਫੇਟ ਦੇ ਰੈੱਡ ਕਲਰ ਦੇ ਪ੍ਰੈਸਿਪਿਟੇਟ ਦਿਖਾਈ ਦੇਣ ਲੱਗ ਪਏ, यानी कि और की होया रेड प्रेसिपिटेट दिखाई दिते। और एक चेंज होर देखने मिलया और वो सी टेम्परेचर, मतलब टेम्परेचर भी राइज कीता। ठीक है, टेम्परेचर भी राइज कीता। सो ए जो भी वन बाय वन चेंजेस आए ए कारण बने इलैक्ट्रोकैमिकल कह लो या इलैक्ट्रोलिटिक सैल दे बनन दा। ए की चेंज सी और क्यों होया इहदे ते गल होनी आ। इहदे बेस दे उत्ते ही सारे सैल्स दी वर्किंग, सारे सैल्स दे प्रिंसिपल डिपेंड करदे ने। देखो पहला चेंज जिहदे विच जिंक रिड्यूस्ड हो रहा, वो की हो रहा, एक्सपैरीमेंटली ए प्रूफ होया कि जो जिंक सी जो सॉलिड फॉर्म च ही ਇਹ ਜਦੋਂ ਰਿਡਿਊਸਡ ਹੋਇਆ ਤੇ ਜ਼ਿੰਕ 2 ਪੋਜ਼ਿਟਿਵ ਆਇਨ ਐਕਵਸ ਫਾਰਮ ਦੇ ਵਿੱਚ ਮਿਲੇ, ਯਾਨੀ ਕਿ ਸੋਲੂਸ਼ਨ ਵਿੱਚ ਸਾਡੇ ਜ਼ਿੰਕ 2 ਪੋਜ਼ਿਟਿਵ ਆਇਨ ਮਿਲੇ। ਕਿਉਂਕਿ ਜ਼ਿੰਕ ਤੇ 2 ਪੋਜ਼ਿਟਿਵ ਚਾਰਜ ਆ ਗਿਆ, ਇਹਦਾ ਮਤਲਬ ਇਹਨੇ 2 ਇਲੈਕਟ੍ਰੋਨ ਲੂਜ਼ ਕਰ ਲਏ। ਠੀਕ ਹੈ, 2 ਇਲੈਕਟ੍ਰੋਨ ਲੂਜ਼ ਕਰ ਲਏ। ਉਹ ਜਿਹੜੇ 2 ਇਲੈਕਟ੍ਰੋਨ ਲੂਜ਼ ਕੀਤੇ, ਤੁਹਾਨੂੰ ਪਤਾ ਕਾਪਰ ਸਲਫੇਟ ਦੇ ਵਿੱਚੋਂ 2 ਪੋਜ਼ਿਟਿਵ ਕਾਪਰ ਆਇਨ ਐਂਡ ਸਲਫੇਟ ਦੇ 2 ਨੈਗੇਟਿਵ ਆਇਨ ਨਿਕਲਦੇ ਨੇ। ਸੋ ਇਹ ਕਾਪਰ 2 ਪੋਜ਼ਿਟਿਵ ਆਇਨਸ ਨੇ 2 ਇਲੈਕਟ੍ਰੋਨ ਜੋ ਕਿ ਜ਼ਿੰਕ ਨੇ ਛੱਡੇ ਸੀ, ਉਹ 2 ਇਲੈਕਟ੍ਰੋਨ ਕਾਪਰ ਨੇ ਪਿਕ ਕੀਤੇ ਤੇ ਕਾਪਰ ਸੋਲਿਡ ਫਾਰਮ ਦੇ ਵਿੱਚ ਸ਼ਿਫਟ ਹੋ ਗਿਆ। ਇਹੀ ਸੋਲਿਡ ਫਾਰਮ 'ਚ ਸ਼ਿਫਟ ਹੋਇਆ ਜਿਹੜਾ ਕਾਪਰ ਹੈ, ਇਹ ਬਾਟਮ ਤੇ ਰੈੱਡ ਕਲਰ ਦਾ ਨੀਚੇ ਦਿਖਾਈ ਦੇ ਰਿਹਾ, ਉਹਦੇ ਪ੍ਰੈਸਿਪਿਟੇਟ ਦਿਖਾਈ ਦੇ ਰਿਹਾ। ਔਰ ਤੁਹਾਨੂੰ ਯਾਦ ਹੈ ਤੁਸੀਂ 11th ਵਿੱਚ ਇੱਕ ਕਨਸੈਪਟ ਪੜਿਆ ਸੀ, ਦੈਟ ਇਜ਼ ਰੀਡੌਕਸ ਰਿਐਕਸ਼ਨ। ਰੀਡੌਕਸ ਰਿਐਕਸ਼ਨ ਕਿਸ ਚੀਜ਼ ਨਾਲ ਬਣੀ ਹੋਈ ਹੈ? ਰਿਡਕਸ਼ਨ ਔਰ ਆਕਸੀਡੇਸ਼ਨ ਨਾਲ। ਅਗਰ ਇਹ ਰਿਐਕਸ਼ਨਸ ਨੂੰ ਦੇਖੀਏ ਤੇ ਇਹ ਰਿਐਕਸ਼ਨ ਵੀ ਕੀ ਨੇ? ਇਹ ਰੀਡੌਕਸ ਰਿਐਕਸ਼ਨ ਤੇ ਨੇ। ਇਹਦੇ ਵਿੱਚ ਕੀ ਹੋ ਰਿਹਾ? ਇਹਦੇ ਵਿੱਚ ਜਿਹੜਾ ਜ਼ਿੰਕ ਹੈ, ਜ਼ਿੰਕ 2 ਇਲੈਕਟ੍ਰੋਨ ਲੂਜ਼ ਕਰਦਾ ਪਿਆ। क्योंकि जिंक 2 इलेक्ट्रॉन लूज कर रहा, इट मींस ऑक्सीडेशन हो रही है 2 इलेक्ट्रॉन लूज करना, और वो 2 इलेक्ट्रॉन कॉपर द्वारा गेन किए जा रहे ने। सो इत्थे की हो रहा? रिडक्शन हो रहा, यानी कि एक पासे तुहाडा हो रहा ऑक्सीडेशन ते दूसरे पासे रिडक्शन। क्लियर होई गल? सो ਇਹ ਸਭ ਕੁਝ ਤੁਹਾਨੂੰ ਦੇਖਣ ਨੂੰ ਮਿਲਿਆ। ਜ਼ਿੰਕ ਦਾ ਰਿਡਿਊਸ ਹੋਣਾ ਉਹਦੀ ਆਕਸੀਡੇਸ਼ਨ ਕਰਕੇ ਹੋਇਆ, ਕਾਪਰ ਦਾ ਬਾਟਮ ਦੇ ਉੱਤੇ ਆਣਾ ਉਹਦੀ ਰਿਡਕਸ਼ਨ ਕਰਕੇ ਹੋਇਆ, ਔਰ ਇਹ ਇੱਕ ਕਿਸਮ ਦੀ ਰਿਡੌਕਸ ਰਿਐਕਸ਼ਨ ਹੋਈ। ਇੱਕ ਇਹੋ ਜੀ ਰਿਐਕਸ਼ਨ ਜੋ ਕਿ ਸਪੌਂਟੇਨੀਅਸ ਰਿਐਕਸ਼ਨ ਹੈ। ਸਪੌਂਟੇਨੀਅਸ ਰਿਐਕਸ਼ਨ ਵੀ ਅਸੀਂ 11th ਚ ਪੜਿਆ ਸੀ। ਇਹੋ ਜੀ ਰਿਐਕਸ਼ਨਸ ਨੂੰ ਅਸੀਂ ਸਪੌਂਟੇਨੀਅਸ ਰਿਐਕਸ਼ਨਸ ਬੋਲਦੇ ਹਾਂ, ਜਿਹੜੀ ਕਿ ਆਪਣੇ ਆਪ ਹੁੰਦੀਆਂ ਨੇ। ਫੋਰ ਐਗਜ਼ਾਮਪਲ ਪਾਣੀ ਦਾ ਕਿਸੇ ਹਾਈਟ ਤੋਂ ਨੀਚੇ ਡਿੱਗਣਾ ਸਪੌਂਟੇਨੀਅਸ ਰਿਐਕਸ਼ਨ ਹੈ। ਹੀਟ ਦਾ ਹੌਟਰ ਵੈਲਿਊ ਤੋਂ ਲੋਅਰ ਵੈਲਿਊ ਨੂੰ ਜਾਣਾ, ਯਾਨੀ ਕਿ ਕੋਲਡਰ ਰੀਜਨ ਨੂੰ ਜਾਣਾ, ਇਹ ਇੱਕ ਸਪੌਂਟੇਨੀਅਸ ਰਿਐਕਸ਼ਨ ਹੈ। ਸੋ ਇਹ ਸਪੌਂਟੇਨੀਅਸ ਰਿਐਕਸ਼ਨ ਇੱਕ ਬੀਕਰ ਦੇ ਵਿੱਚ ਹੋ ਰਹੀ ਹੈ, ਇਸ ਕਰਕੇ ਇਹ ਇੱਕ ਡਾਇਰੈਕਟ ਰਿਡੌਕਸ ਰਿਐਕਸ਼ਨ ਹੈ, ਜਿਹਦੇ ਵਿੱਚ ਇਸੇ ਹੀ ਜਗ੍ਹਾ ਦੇ ਉੱਤੇ ਰਿਡਕਸ਼ਨ ਔਰ ਆਕਸੀਡੇਸ਼ਨ ਇੱਕੋ ਹੀ ਜਗ੍ਹਾ ਤੇ ਹੋ ਰਿਹਾ। ਸੋ ਡਾਇਰੈਕਟ रिडॉक्स रिएक्शन हो रहा है। और क्योंकि की हो रहा है? रिडॉक्स रिएक्शन है ना। और क्योंकि टेम्परेचर राइज करता है। टेम्परेचर क्यों राइज करन दिया? ये भी आपां पढ़िया होया, ਜਿਹੜੇ ਸਾਡੀਆਂ ਸਪੌਂਟੇਨੀਅਸ ਰਿਐਕਸ਼ਨਸ ਹੁੰਦੀਆਂ ਉਹ ਆਪਣੇ ਆਪ ਹੀ ਹੋ ਜਾਂਦੀਆਂ ਨੇ। ਸਪੌਂਟੇਨੀਅਸ ਰਿਐਕਸ਼ਨ ਦੇ ਵਿੱਚ ਡੈਲਟਾ ਜੀ ਦੀ ਵੈਲਿਊ ਜੋ ਹੈ ਉਹ ਨੈਗੇਟਿਵ ਹੁੰਦੀ ਹੈ। ਸੋ ਜਿਨ੍ਹਾਂ ਰਿਐਕਸ਼ਨਸ ਦੇ ਵਿੱਚ ਡੈਲਟਾ ਜੀ ਦੀ ਵੈਲਿਊ ਨੈਗੇਟਿਵ ਹੁੰਦੀ ਹੈ, ਉਹ ਆਪਣੀ ਮਰਜ਼ੀ ਦੇ ਨਾਲ ਰਿਐਕਸ਼ਨ ਪ੍ਰੋਸੀਡ ਕਰਦੇ ਨੇ ਔਰ ਰਿਐਕਸ਼ਨ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ એનર્ਜੀ ਲੂਜ਼ ਕਰਦੇ ਨੇ। ਰਿਐਕਸ਼ਨ ਕੰਪਲੀਸ਼ਨ ਦੇ ਦੌਰਾਨ ਉਹ ਜਦੋਂ એનર્ਜੀ ਲੂਜ਼ ਕਰਦੇ ਨੇ, ਇੱਥੇ ਵੀ એનર્ਜੀ ਉਹਨਾਂ ਨੇ ਰਿਲੀਜ਼ ਕੀਤੀ ਔਰ એનર્ਜੀ ਹੀਟ ਦੇ ਰੂਪ 'ਚ ਰਿਲੀਜ਼ ਕੀਤੀ, ਯਾਨੀ ਕਿ ਟੈਂਪਰੇਚਰ ਰਾਈਜ਼ ਕਰ ਗਿਆ। ਇਸ ਐਕਸਪੈਰੀਮੈਂਟ ਤੋਂ
यह चीज पता चली कि कोई रिएक्शंस हो रही है और वो एनर्जी दे रही है। हुण उस एनर्जी ਨੂੰ यूटिलाइज ਕਰਨ ਦੇ ਲਈ इस एनर्जी ਨੂੰ यूटिलाइज ਕਰਨ ਦੇ ਲਈ ਸੈਲਸ ਜਿਹੜੇ ਨੇ ਉਹਨਾਂ ਨੂੰ ਬਣਾਇਆ ਗਿਆ। ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਆਪਣੇ पहले टाइप ऑफ सैल दी जिहदा नाम है इलैक्ट्रोकैमिकल सैल। जिद्दां कि मैं पहला ही कहा तुसीं इहनूं इलैक्ट्रोकैमिकल सैल कह लो, गलवैनिक सैल कह लो, वोल्टिक सैल कह लो, सारे नाम इक्को ही सैल दे ने। ठीक है हाँ अगे एदी ब्रांचेस कह लो, एदियां एग्जांपल्स हैगियां ने। जिद्दां मान लो इलैक्ट्रोकैमिकल सैल एक जनरल टर्म है। डैनियल सैल जो कि जिहदे विच एक इलैक्ट्रोड कॉपर है और दूसरा जिंक है, जो कि हुणे हुणे आपां इत्थे भी स्टडी करे करदे ही, अगे भी इहदे ते वर्किंग करांगे। वो तुहाडा एक इलैक्ट्रोकैमिकल सैल दी एग्जांपल है। उसी तरह निकल सैल, निकल सिल्वर सैल, उसी तरह तुहाडे कोल लैड सैल, ਇਹ सारी एग्जांपल्स ਕਿਹੜੀਆਂ ਨੇ इलैक्ट्रोकैमिकल सैल्स दी एग्जांपल्स ने। सो इलैक्ट्रोकैमिकल सैल की ही इलैक्ट्रोकैमिकल सैल सी ਜਿਹਦੇ ਵਿੱਚ ਕੈਮੀਕਲ એનર્ਜੀ ਨੂੰ ਕਨਵਰਟ ਕੀਤਾ ਜਾਏ ਇਲੈਕਟ੍ਰੀਕਲ એનર્ਜੀ 'ਚ। ਹੁਣ ਜਿਹੜੀ એનર્ਜੀ ਹੀਟ ਬਣੀ ਸੀ ਨਾ, ਉਸ ਹੀਟ એનર્ਜੀ ਦਾ ਸਹੀ ਯੂਜ਼ ਹੋਣਾ, ਉਹ ਹੀਟ એનર્ਜੀ ਨੂੰ ਅਸੀਂ ਇਲੈਕਟ੍ਰੀਕਲ એનર્ਜੀ ਦੇ ਵਿੱਚ ਪ੍ਰੋਡਿਊਸ ਕਰਨਾ। ਫਰਕ ਸਿਰਫ ਇਸ ਸੈੱਲ ਵਿੱਚ ਇਹ ਹੋਣਾ ਪਿਛਲੇ ਐਕਸਪੈਰੀਮੈਂਟ ਨਾਲੋਂ ਕਿ ਪਿਛਲੇ ਐਕਸਪੈਰੀਮੈਂਟ ਵਿੱਚ ਹੋਇਆ ਸੀ ਡਾਇਰੈਕਟ ਰਿਡੌਕਸ ਰਿਐਕਸ਼ਨ, इस सैल दे विच होना इनडायरेक्ट रिडॉक्स रिएक्शन। सो ਅਸੀਂ शुरू करन जा रहे हैं इलैक्ट्रोकैमिकल सैल जिहदे विच स्पॉन्टेनियस रिडॉक्स रिएक्शन दे जरिए, जो कि एक केमिकल रिएक्शन है, ਉਹਦੇ जरिए इलैक्ट्रिकल एनर्जी बनाई जाएगी। क्लियर हुई गल? ठीक है सो आओ शुरू करते हैं इलैक्ट्रोकैमिकल सैल। और ਇਹਦੇ ਨਾਲ ही सानू इंपॉर्टेंट मिलेगा। सो ਅਸੀਂ ਹੁਣ इलैक्ट्रोकैमिकल सैल कंप्लीट कर ही लेने। ठीक है की है इलैक्ट्रोकैमिकल सैल? इलैक्ट्रोकैमिकल सैल वधिया जिहा ड्रॉ करियो क्योंकि ਇਹਦੇ ਤੇ ਹੀ ਤੁਹਾਨੂੰ समझ आ जाना सारा। ठीक है इलैक्ट्रोकैमिकल सैल एक इदां दा सैल है जिहदे विच इनडायरेक्ट रिडॉक्स रिएक्शन होएगी। ठीक है इनडायरेक्ट रिडॉक्स रिएक्शन जिहदे विच असीं दो बीकर लैने आ, दो बीकर। ठीक जिहदे चो जो पहला बीकर है ਉਹਦੇ ਵਿੱਚ इलैक्ट्रोलाइट लिया सी जिंक सल्फेट 1 मोलर जिंक सल्फेट, और इलैक्ट्रोड जिहड़ा लिया तुसी वो लिया जिंक दा ही, यानी कि जिंक ही रॉड ले ली। ओके दूसरा बीकर जो लिया गया, दूसरा बीकर तुहाडे कोल है दूसरी रॉड के नाल जिहदे विच तुसी पाया है कॉपर सल्फेट 1 मोलर। कॉन्सेंट्रेशन डिफाइन की है पर कॉन्सेंट्रेशन इत्थे कोई फार्मूला नहीं बन जा रहा, इस करके ज़्यादा सीरियसली ना लियो। 1 मोलर मतलब 1 मोल कॉपर सल्फेट इलैक्ट्रोलाइट ले लिया, दूजे पासे 1 मोल जिंक सल्फेट इलैक्ट्रोलाइट ले लिया, और ਇਹਦੇ ਵਿੱਚ ਤੁਸੀਂ ਕਾਪਰ ਦਾ ਇਲੈਕਟ੍ਰੋਡ ਜਿਹੜਾ ਉਹ ਲਗਾ ਦਿੱਤਾ ਜਾਂ ਕਾਪਰ ਦੀ ਰੋਡ ਲਗਾ ਦਿੱਤੀ। ਇਲੈਕਟ੍ਰੋਡ ਤੇ ਉਦੋਂ ਬਣੇਗਾ ਜਦੋਂ ਸੈੱਲ ਕੰਪਲੀਟ ਹੋਏਗਾ। ਸੈਲਸ ਨੂੰ यानी कि दोनों रोड्स ਨੂੰ आपस ਦੇ ਵਿੱਚ ਅਟੈਚ ਕਰ ਦਿੱਤਾ विद द हेल्प ऑफ वायर, और ਤਾਂ ਜੋ ਕਿ ਵਾਇਰ ਜਿਹੜਾ ਉਹ ਨਿਕਲ ਰਹੇ ਕਰੰਟ ਨੂੰ ਡਿਫਾਈਨ ਕਰੇ ਕਿ ਕਰੰਟ ਜਾ ਰਿਹਾ, ਇਹਦੇ ਵਿੱਚ ਤੁਸੀਂ ਲਗਾ ਦਿੱਤਾ ਐਮੀਟਰ। ਐਮੀਟਰ ਪੜਿਆ ਨਾ ਸੀ ਫਿਜ਼ਿਕਸ, डिवाइस टू एनालाइज द वैल्यू ऑफ करंट या डिटेक्शन करता कि करंट चलता पाया। ओके जी सो दो बीकर ले ले इलैक्ट्रोकैमिकल सैल दे विच। ਇਹ ਤੁਹਾਡੇ ਕੋਲ ਹੈਗਾ ਡੈਨੀਅਲ ਸੈਲ ਦੀ ਐਗਜ਼ਾਮਪਲ ਜਿਹਦੇ ਵਿੱਚ ਇੱਕ ਇਲੈਕਟ੍ਰੋਡ ਜ਼ਿੰਕ ਹੈ, ਇੱਕ ਕਾਪਰ ਹੈ। ਹੋ ਸਕਦਾ ਇਹ ਇਲੈਕਟ੍ਰੋਡ ਅਲੱਗ-ਅਲੱਗ ਵੀ ਹੋਣ, ਤੁਹਾਡੀਆਂ ਦਿੱਤੀਆਂ ਐਗਜ਼ਾਮਪਲਸ ਬੁੱਕ 'ਚ। ਹੋ ਸਕਦਾ ਸਿਲਵਰ ਹੋਏ ਜਾਂ ਨਿਕਲ ਹੋਏ ਜਾਂ ਕੋਈ ਵੀ
कोई भी होर इलैक्ट्रोड हो सकते हैं जो कि इलैक्ट्रोकैमिकल सीरीज जो कि मैं तुहानू अगला टॉपिक करवाना उथों ले गए। ठीक, हुण जिद्दां कि आपां पहलां ही एक्सपैरीमेंट च पढ़िया होएगा कि जिंक सल्फेट रिड्यूस होना शुरू होएगा अपने ही सोल्यूशन दे विच ते Zn2 पॉजिटिव आयन सोल्यूशन दे विच रिलीज करेगा। अगर Zn2 पॉजिटिव आयन सोल्यूशन च रिलीज करेगा इट मीनस इलैक्ट्रॉन्स जिहड़े ने ए होल्ड करेगा ताई ते Zn2 पॉजिटिव आयन दिते दो इलैक्ट्रॉन होल्ड कर लेने जेडे इलैक्ट्रॉन ने होल्ड कीते वो इलैक्ट्रॉन ड्यू टू ग्रेटर डेंसिटी ऑफ इलैक्ट्रॉन ट्रैवल करना शुरू कर देंगे along the wire and towards the second part of the cell दूसरी साइड ਨੂੰ ਜਦੋਂ दूसरी साइड तो ਹੁੰਦੇ ਹੋਏ ਵਾਇਰ ਤੋਂ ਹੁੰਦੇ ਹੋਏ दूसरी साइड ਦੇ ਇਲੈਕਟ੍ਰੋਡ ਕੋਲ ਜਾਣਗੇ ਤੇ ਇੱਥੇ ਵੀ ਇੱਕ ਰਿਐਕਸ਼ਨ ਹੋਏਗੀ ਉਹ ਰਿਐਕਸ਼ਨ ਕੀ ਹੋਏਗੀ ਤੁਹਾਡੇ ਕੋਲ ਹੈ ਸੋਲੂਸ਼ਨ ਕਾਪਰ ਸਲਫੇਟ ਦਾ ਜਿਹਦੇ ਵਿੱਚ Cu2 ਪੋਜ਼ਿਟਿਵ ਜਿਹੜਾ ਇਹਦੇ ਵਿੱਚ ਡਿਸੋਸੀਏਟ ਹੋਏਗਾ और Cu2 पॉजिटिव कापर सल्फेट तो टुटिया होया Cu2 पॉजिटिव वो जाके इस इलैक्ट्रोड ते यानी कि कॉपर दे ही इलैक्ट्रोड दे उत्ते जाके Cu2 पॉजिटिव इन्हां दो इलैक्ट्रॉन्स नु पिक करेगा और इत्थे सॉलिड फॉर्म दे विच कॉपर इकट्ठा होना शुरू हो जाएगा यानी कि जिंक जो कि सॉलिड सी इस साइड दे विच दो इलैक्ट्रॉन लूज करके एक्वस फॉर्म दे विच आ रहा और दो इलैक्ट्रॉन लूज करता पिया यानी कि ए वाला साइड दे उत्ते जिंक ऑक्सीडाइज हो रहा इट मीनस ए साइड ऑक्सीडेशन हो रही है दूजे पासे गए ते दूजे पासे ए दो इलैक्ट्रॉन कॉपर नू मिलदे आ कॉपर आयंस नू मिलदे आ कॉपर दी रॉड दे उत्ते और उत्थे जो कि Cu2 पॉजिटिव जो कि एक्वस स्टेट में सी इट इज इन एक्वस स्टेट वो दो इलैक्ट्रॉन कॉपर ਨੂੰ ਜਦੋਂ ਮਿਲਣਗੇ ਤੇ ਕੌਪਰ ਸੋਲਿਡ ਫਾਰਮ ਦੇ ਵਿੱਚ ਇਸ ਰੋਡ ਦੇ ਉੱਤੇ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਇੱਥੇ ਇਲੈਕਟ੍ਰੋਨ ਕਾਪਰ ਨੂੰ ਮਿਲਦੇ ਪਏ ਨੇ ਯਾਨੀ ਕਿ ਇਹ ਕੀ ਹੋਣ ਲੱਗ ਪਏਗਾ ਰਿਡਕਸ਼ਨ ਹੋਣੀ ਸ਼ੁਰੂ ਹੋ ਜਾਏਗੀ यानी कि सैल दे एक साइड ते इलैक्ट्रॉन दा लूज होना ऑक्सीडेशन दूजे सैल दूजी साइड दे उत्ते इलैक्ट्रॉन ट्रैवल करके जदों पहुंचणगे ते रिडक्शन हो जाएगी इस प्रकार दे नाल एक तरह दा इलैक्ट्रिकल करंट बनेगा जिहदे विच इलैक्ट्रॉन ते इधरों इधर मूव करदे पे ने बट करंट कन्वेंशनल हुंदा ना करंट जेड़ा वा ओदी ऑपोजिट डायरेक्शन च मूव करेगा पढ़िया ना करंट ऑलवेज मूव ऑपोजिट टू द फ्लो ऑफ द चार्ज चार्ज जिधर मूव करता पिया करंट ओदे ओपोजिट मूव करता ताई ते कन्वेंशनल करंट कहने आपां नूं ठीक है इट ऑलवेज मूव फ्रॉम पॉजिटिव टू नेगेटिव क्योंकि ए इलैक्ट्रोड नंबर ऑफ इलैक्ट्रॉन्स नाल भरिया होया इस करके ए तुहाडा इत्थे नेगेटिव इलैक्ट्रोड हो जाएगा और इत्थे इहनूं नाम दिता जाएगा एनोड और दूसरे पासे क्योंकि इलैक्ट्रोड इत्थे आके वैसे ते इत्थे आके न्यूट्रलाइज ही होण डे इलैक्ट्रॉन पर क्योंकि इहदे कंपैरेटिवली इधर चार्ज जेड़ा वो घट है जां कह लो नहीं है जिहदे करके इहनूं आपां पॉजिटिव इलैक्ट्रोड दा दर्जा देवांगे और यह तुहाडा होएगा कैथोड ठीक है एक कन्फ्यूजन रहिंदा एनोड और कैथोड दा पर मैं तुहानूं पहलां भी दस चुकिया कि साडे नॉर्मल सर्किट्स इन फिजिक्स और इलैक्ट्रिकल सैल्स दोनों दे विच कैथोड एनोड दा चेंज है यह अगे भी सानू चेंज हुंदा दिखाई देगा साडे फर्दर टॉपिक्स दे विच उत्थे मैं तुहानू फिर समझावांगा सो हुण तक आपां की पढ़िया कि साडा जिहड़ा इलैक्ट्रोकैमिकल सैल है जिहदे विच आपां डैनियल सैल डिस्कस करदे पे हां डैनियल सैल दी खास गल है इहदा एक इलैक्ट्रोड जो है जिंक दा वा दूसरा इलैक्ट्रोड कॉपर दा वा जिंक इलैक्ट्रॉन लूज करदा पिया वो बाहर वाले सर्किट तो ट्रैवल करदे हुए कॉपर तक जा रहे ने कॉपर उन्हां नू गेन करदा पिया ते उत्थे हो रहा रिडक्शन एक पासे ऑक्सीडेशन दूजे पासे रिडक्शन सो विद द हेल्प ऑफ ऑक्सीडेशन एंड रिडक्शन चार्ज ट्रैवल करन दिया और करंट चलना शुरू हो गया यह तुहाडा बनिया इलैक्ट्रोकैमिकल सैल ठीक है इत्थे तक समझ आ गया सैल दा ए वाला हिस्सा जेड़ा कल्लिया ही इलैक्ट्रॉन लूज करदा पिया इस हिस्से नू हाफ सैल दा नाम दिता जांदा
ਇਹਨੂੰ ਤੁਸੀਂ ਕਹਿ ਸਕਦੇ ਹੋ ਆਕਸੀਡੇਸ਼ਨ ਹਾਫ ਸੈਲ, ਆਕਸੀਡੇਸ਼ਨ ਹੋਈ ਹੈ ਨਾ। ਇਹਨੂੰ ਤੁਸੀਂ ਐਨੋਡ ਹਾਫ ਸੈਲ ਵੀ ਕਹਿ ਸਕਦੇ ਹੋ, ਜਾਂ ਕਿਉਂਕਿ ਇਹ ਲੈਫਟ ਸਾਈਡ ਦੇ ਉੱਤੇ ਆ ਸੋ ਲੈਫਟ ਹਾਫ ਸੈਲ ਦਾ ਨਾਮ ਵੀ ਦੇ ਸਕਦੇ ਹੋ, ਕਿਉਂਕਿ ਇਹ ਨੈਗੇਟਿਵ ਇਲੈਕਟ੍ਰੋਨ ਨੂੰ ਹੋਲਡ ਕਰਨ ਡਿਆ ਸੋ ਇਹਨੂੰ ਤੁਸੀਂ ਨੈਗੇਟਿਵ ਹਾਫ ਸੈਲ ਵੀ ਕਹਿ ਸਕਦੇ ਹੋ। ਪਰ ਇਹਦੇ ਦੋ ਨਾਮ ਬੜੇ ਮਸ਼ਹੂਰ ਨੇ, ਇੱਕ ਹੈਗਾ ਤੁਹਾਡਾ ਆਕਸੀਡੇਸ਼ਨ ਹਾਫ ਸੈਲ, ਤੇ ਇੱਕ ਇਹਦਾ ਨਾਮ ਜਿਹੜਾ ਆਂਦਾ ਉਹ ਤੁਹਾਡਾ ਐਨੋਡ ਹਾਫ ਸੈਲ ਵੀ ਆਂਦਾ, ਐਨੋਡ ਹਾਫ ਸੈਲ याद रखना। और दूसरी साइड ते अगर गल करिए असी दूसरे हिस्से दे सैल दी, और यह हिस्सा की है कैथोड है, सो नाम की होएगा कैथोड हाफ सैल, या पॉजिटिव है ते पॉजिटिव हाफ सैल, या इत्थे रिडक्शन हो रही है ते रिडक्शन हाफ सैल। इट मीनस इलैक्ट्रोकैमिकल सैल दो पार्ट्स दे विच वंडिया होया, और देखिया ना किन्ने वधिया तरीके नाल चार्ज ट्रैवल करदा पिया। पर फिर भी तुसी जानदे हो यह सैल एक टाइम के उत्ते आके वर्किंग बंद कर देगा, क्योंकि इस दे विच एक गड़बड़ है। तो गड़बड़ की है, बड़ी सिंपल जे तरीके नाल समझ आती है। देखो मैं समझाना तुहानू, तुसीं देखोगे कि लगातार साडा जिंक रोड Zn पॉजिटिव आयन नू सोल्यूशन दे विच लगातार सुटदा पिया, लगातार रिलीज करता पिया। एक टाइम आएगा जिहदे विच जिंक पॉजिटिव 2 आयन जदों फर्दर रिलीज होने दे लई सोल्यूशन च एंटर करन लगेगा ते ऑलरेडी डेंसिटी ऑफ Zn2 पॉजिटिव आयंस जिहड़ी आ वो मैक्सिमम हो चुकी होएगी। मतलब कि पहला ही नीचे जिन्हों आप बोलते हैं पैर रखने नू जगह नहीं मिलनी, वो हो जाएगा। यानी कि बहुत सारे Zn2 पॉजिटिव आयन इहदे विच ऑलरेडी मौजूद होणगे, फिर ते मुश्किल हो जाएगी। फिर इन्हां आयंस नू किस तरीके दे नाल आपां चला सकते हैं, क्योंकि अगर Zn2 पॉजिटिव आयन नीचे नहीं आया तो इलैक्ट्रॉन रिलीज नहीं होंगे, अगर इलैक्ट्रॉन रिलीज नहीं होंगे तो दूसरी साइड के उत्ते सैल तक नहीं पहुंचेंगे। और तुसीं अगर दूसरे सैल की भी गल कर लो तो मैं तुहानूं इत्थे दस्सिया सी ना कि कॉपर सल्फेट जो है वो लगातार Cu2 पॉजिटिव ते SO4 नेगेटिव आयन से टुटदा पिया। अगर इधर वाले पासे भी देखो तो लगातार Cu2 पॉजिटिव इत्थे जाके ते न्यूट्रलाइज हो रहा, पर सोल्यूशन च की छड़दा जा रहा, सोल्यूशन च छड़दा जा रहा SO4 नेगेटिव, यानी कि सोल्यूशन च दे रहा सानू है एक नेगेटिवली चार्ज आयन, जिहदे नाल ए वाला जेड़ा इलैक्ट्रोलाइट है यह हाईली इलैक्ट्रोनेगेटिव हो जाएगा, यानी कि नेगेटिव हो जाएगा, जेड़ा कि फर्दर ज्यादा नेगेटिविटी बर्दाश्त नहीं करेगा और आने वाले इलैक्ट्रॉन नू ये भी रिपेल करेगा, क्योंकि इधर भी नेगेटिव हो गया ना ज्यादा। सो बहुत सारा पॉजिटिव ते बहुत सारा नेगेटिव दोनों इलैक्ट्रोलाइट ने इकट्ठा कर लिया, जिहदे करके करंट दा यह काम बंद हो गया। ना इन्ने इलैक्ट्रॉन लूज करने चाहे, क्योंकि इत्थे जिंक 2 पॉजिटिव आयन की मात्रा बहुत ज्यादा हो चुकी है। The electrolyte has maximum density of positive ions, and in this case and in this side the density of negative sulfate ions are very much available। So इस करके इधर भी करंट रुक जाएगा। फिर की इहो जी चीज की जाए जिहदे करके यह सैल काम चलिया आया जाए, की इहदा हल होए, इहदा सोल्यूशन की है, किस तरह यह करंट चलता ही दे, नहीं तो यह सैल बेकार हो गया, सैल दे विच कैमिकल रिएक्शन रुक गई, करंट रुक गया, नाम जो इलैक्ट्रोकैमिकल सैल है। पहले नोट करो इत्थे तक, फिर मैं इहनूं दसदा क्यों तुहानूं। सो हुण इहदा सोल्यूशन की कीता जाए कि साडा ते सर्किट गया सर जी रुक, ते असीं किस तरह चलावांगे सैल नूं, क्योंकि सैल ते रुक गया। ते इहदा सोल्यूशन है जी साल्ट ब्रिज। ठीक है, मैनूं पता मेरे तो पहला ही तुसीं समझ गए, बहुत तेज स्टूडेंट तुसीं, सारी गल पता तुहानूं, क्योंकि 11th च भी हैगा सी, इस करके 11th पढ़िया ना आपां, पढ़े कि नहीं पढ़े ना, हाँ 11th करके ते तुसीं इत्थे तक पहुंचे हो, बहुत समझदार हो। साल्ट ब्रिज की है, साल्ट ब्रिज, साल्ट ब्रिज है इन्वर्टेड U shaped tube
यू शेप्ड, यू ट्यूब ना समझ लियो, यू शेप्ड मतलब यू इस तरह होंदा ते इन्वर्टेड है इस तरह इन्वर्टेड यू शेप ट्यूब जो कि अटैच करे करदी है दोनों सैल्स ਨੂੰ ਉਹਨੂੰ ਲਗਾਤਾ ਤੇ ਇਹਦਾ ਕੰਮ ਕੀ ਹੈ ਇਨਵਰਟਡ ਯੂ ਸ਼ੇਪ ਟਿਊਬ ਦਾ ਜਿਹੜਾ ਇਨਵਰਟਡ ਯੂ ਸ਼ੇਪ ਟਿਊਬ ਹੈ ਇੱਕ ਇਹੋ ਜੀ ਟਿਊਬ ਜਿਹਨੂੰ ਫਿਲਅਪ ਕੀਤਾ ਹੁੰਦਾ ਕਿਸ ਚੀਜ਼ ਦੇ ਨਾਲ ਇਹਨੂੰ ਅਸੀਂ ਫਿਲਅਪ ਕੀਤਾ ਹੁੰਦਾ ਇਹਦੀ ਫਿਲਿੰਗ ਕੀ ਹੈ ਇਹਦੀ ਕੰਸਿਸਟੈਂਸੀ ਕੀ ਹੈ ਕੀ ਹੈ ਇਹਦੇ ਚ ਹੈਗਾ ਇਨਰਟ ਇਲੈਕਟ੍ਰੋਲਾਈਟ ਜਿੱਦਾਂ ਕਿ KCl KNO3 ਅਮੋਨੀਅਮ ਕਲੋਰਾਈਡ ਇਦਾਂ ਦੇ ਇਨਰਟ ਇਲੈਕਟ੍ਰੋਲਾਈਟ ਇਨ ਅਗਰ ਪਾਊਡਰ ਪਾਊਡਰ ਇਹ ਇੱਕ ਤਰ੍ਹਾਂ ਦਾ ਪਾਊਡਰ ਹੈ ਜੋ ਕਿ ਕਿਸੇ ਲਿਕੁਇਡ ਦੇ ਵਿੱਚ ਪਾਉਣ ਦੇ ਨਾਲ ਲਿਕੁਇਡ ਨੂੰ ਥੋੜਾ ਜਿਹਾ ਹਾਰਡ ਕਰ ਦਿੰਦਾ ਇੱਕ ਮਿਊਕਸ ਮਟੀਰੀਅਲ ਬਣਾ ਦਿੰਦਾ ਵਾ ਅਗਰ ਪਾਊਡਰ ਜੋ ਕਿ ਲਿਕੁਇਡ ਨੂੰ ਸੈਮੀ ਲਿਕੁਇਡ ਸਟੇਟ ਦੇ ਵਿੱਚ ਤਬਦੀਲ ਕਰ ਦਿੰਦਾ ਠੀਕ ਹੈ ਜਾਂ ਇਹਦੀ ਬਜਾਏ ਆਪਾਂ ਜੈਲੇਟਿਨ ਦੀ ਵੀ ਗੱਲ ਕਰਦੇ ਆ ਤੁਸੀਂ ਬੁੱਕ ਤੇ ਦੇਖੋਗੇ ਜਾਂ ਅਗਰ ਪਾਊਡਰ ਲਿਖਿਆ ਜਾਂ ਜੈਲੇਟਿਨ ਲਿਖਿਆ ਹੋਇਆ ਸੋ ਇਹਨੂੰ ਇਹਦੇ ਵਿੱਚ ਯਾਨੀ ਕਿ ਯੂ ਸ਼ੇਪਡ ਟਿਊਬ ਜਿਹਨੂੰ ਆਪਾਂ ਸਾਲਟ ਬ੍ਰਿਜ ਦਾ ਨਾਮ ਦਿੱਤਾ ਇਹ ਕੀ ਹੈ ਇਹ ਤੁਹਾਡਾ ਸਾਲਟ ਬ੍ਰਿਜ ਹੈ ਇਹਨੂੰ ਲਗਾ ਦਿੱਤਾ ਜਾਏਗਾ ਕਿੱਥੇ ਇਹਨੂੰ ਲਗਾ ਦਿੱਤਾ ਜਾਏਗਾ ਦੋਨਾਂ ਦੇ ਦੋਨਾਂ ਇਲੈਕਟ੍ਰੋਕੈਮੀਕਲ ਹਾਫ ਸੈਲਸ ਦੇ ਵਿਚਕਾਰ ਜੋ ਕਿ ਕਨੈਕਟ ਕਰੇਗਾ ਆਪਸ ਵਿੱਚ ਇਹਨਾਂ ਨੂੰ ਔਰ ਇਹਨੂੰ ਕਾਹਦੇ ਨਾਲ ਭਰ ਦਿੱਤਾ ਇਹਨੂੰ ਭਰਿਆ ਇਨਰਟ ਇਲੈਕਟ੍ਰੋਲਾਈਟ ਦੇ ਨਾਲ ਠੀਕ ਹੈ ਮੰਨ ਲਓ ਸਾਡਾ ਇਲੈਕਟ੍ਰੋਲਾਈਟ ਸਾਨੂੰ ਪਤਾ ਹੈ ਇਸ ਫਾਰਮ ਚ ਹੁੰਦਾ ਮੰਨ ਲਓ ਇੱਕ ਪੋਜ਼ਿਟਿਵ ਆਇਨ ਇੱਕ ਨੈਗੇਟਿਵ ਹੈ ਤੇ ਇਲੈਕਟ੍ਰੋਲਾਈਟ ਕੀ ਕਰੇਗਾ ਫਿਰ ਇਲੈਕਟ੍ਰੋਲਾਈਟ ਦਾ ਮੇਨ ਕੰਮ ਕੀ ਹੈ ਕਿਉਂ ਲਗਾਇਆ ਗਿਆ ਇਹਨੂੰ ਕਿਉਂ ਆਪਾਂ ਸਾਲਟ ਬ੍ਰਿਜ ਨੂੰ ਬੈਟਰ ਕਹਿ ਦਿੱਤਾ ਕਿਉਂ ਇਹ ਉਸ ਵੇਲੇ ਹੈਲਪ ਚ ਆਏਗਾ ਜਦੋਂ ਸਾਡੀ ਕਨੈਕਟੀਵਿਟੀ ਰੁਕ ਜਾਏਗੀ ਜਦੋਂ ਸਾਡਾ ਕਰੰਟ ਰੁਕ ਜਾਏਗਾ ਦੇਖੋ ਇਨਰਟ ਇਲੈਕਟ੍ਰੋਲਾਈਟ ਹੈ ਆਇਨਸ ਵਿੱਚ ਟੁੱਟਿਆ ਜਿਹੜੇ ਇਹਦੇ ਵਿੱਚ ਆਇਨ ਸੀ ਨੈਗੇਟਿਵ ਵਾਲੇ ਨੈਗੇਟਿਵ ਆਇਨਸ ਇਹ ਤੁਹਾਡਾ ਸੋਲੂਸ਼ਨ ਜਿਹੜਾ ਸੀ ਟੋਟਲ ਪੋਜ਼ਿਟਿਵ ਹੋ ਗਿਆ ਸੀ ਨਾ ਇਹ ਪੋਜ਼ਿਟਿਵ ਸੋਲੂਸ਼ਨ ਵਾਲੇ ਪਾਸੇ ਤੁਹਾਡੇ ਨੈਗੇਟਿਵ ਆਇਨਸ ਆ ਜਾਣਗੇ ਨੈਗੇਟਿਵ ਆਇਨਸ ਟਰੈਵਲ ਟੁਵਰਡਸ ਪੋਜ਼ਿਟਿਵ ਸੋਲੂਸ਼ਨ ਔਰ ਇਸ ਪੋਜ਼ਿਟਿਵ ਸੋਲੂਸ਼ਨ ਨੂੰ ਇੱਥੇ ਨਿਊਟਰਲਾਈਜ਼ ਕਰਨਗੇ ਔਰ ਨਿਊਟਰਲਾਈਜ਼ ਕਰਨ ਦੇ ਉੱਤੇ ਜੋ ਇੱਥੇ ਜ਼ਿੰਕ 2 ਪੋਜ਼ਿਟਿਵ ਆਇਨਸ ਦਾ ਬਹੁਤ ਵੱਡਾ ਜਮਾਵੜਾ ਹੋਇਆ ਸੀ ਉਹ ਘਟ ਜਾਏਗਾ ਯਾਨੀ ਕਿ ਨਿਊਟਰਲਿਟੀ ਹੋਏਗੀ ਔਰ ਉਹਦੇ ਆਪੋਜ਼ਿਟਲੀ ਇੱਧਰ ਤੁਹਾਡੇ ਕੋਲ ਪੋਜ਼ਿਟਿਵ ਆਇਨ ਆਣਗੇ ਉਹ ਪੋਜ਼ਿਟਿਵ ਆਇਨ ਜਿਹੜਾ ਤੁਹਾਡਾ ਸਲਫੇਟ ਆਇਨਸ ਦੀ ਬਹੁਤ ਸਾਰੀ ਨੈਗੇਟਿਵ ਇੰਟੀਗ੍ਰੇਸ਼ਨ ਹੋਈ ਦੀ ਸੀ ਬਹੁਤ ਸਲਫੇਟ ਆਇਨ ਸੀ ਸੋਲੂਸ਼ਨ ਜਿਹੜਾ ਸੀ ਬਹੁਤ ਨੈਗੇਟਿਵ ਸੀ ਉਹਦੀ ਨਿਊਟਰਲਿਟੀ ਹੋਏਗੀ यानी कि साल्ट ब्रिज जो कि filled up है with some inert electrolyte in agar powder it will provide you neutrality ਇਹ ਤੁਹਾਡੇ ਦੋਨੇ ਦੇ ਦੋਨੇ ਸੋਲੂਸ਼ਨ ਨੂੰ ਇਕੁਅਲੀ ਅਮਾਉਂਟ ਦੇ ਨਾਲ ਨਿਊਟਰਲਾਈਜ਼ ਕਰਨ ਦਾ ਕੰਮ ਕਰੇਗਾ ਤਾਂ ਜੋ ਕਿ ਜ਼ਿੰਕ 2 ਪੋਜ਼ਿਟਿਵ ਜਾਂ ਇਹ ਪੋਜ਼ਿਟਿਵ ਆਇਨ ਦੀ ਜਿੰਨੀ ਜ਼ਿਆਦਾ ਵੈਲਿਊ ਹੀ ਉਹ ਇੱਥੇ ਘਟਣੀ ਸ਼ੁਰੂ ਹੋ ਜਾਏਗੀ ਔਰ ਦੂਸਰੇ ਪਾਸੇ ਜੋ ਇੱਧਰ ਨੈਗੇਟਿਵ ਵੈਲਿਊ ਸੀ ਉਹ ਵੀ ਇਹਦੇ ਚ ਕੀ ਕਰਨ ਲੱਗ ਪਏਗੀ ਉਹ ਵੀ ਘਟਣੀ ਸ਼ੁਰੂ ਹੋ ਜਾਏਗੀ ਤੇ ਤੁਹਾਡੇ ਸੈੱਲ ਦਾ ਸਰਕਟ ਫਿਰ ਤੋਂ ਇੱਕ ਵਾਰੀ ਚੱਲਣਾ ਸ਼ੁਰੂ ਹੋ ਜਾਏਗਾ ਸੋ ਸਮਝ ਆ ਗਿਆ ਸਾਲਟ ਬ੍ਰਿਜ ਦਾ ਪਤਾ ਚੱਲ ਗਿਆ ਜੀ ਠੀਕ ਹੈ ਹੁਣ ਗੱਲ ਕਰਦੇ ਹਾਂ ਕਿ ਸਾਲਟ ਬ੍ਰਿਜ ਦੇ ਫੰਕਸ਼ਨਸ ਕੀ ਹੈ ਕਿਉਂਕਿ ਇਹ ਵੀ ਤੁਹਾਡੇ ਮੈਂ ਤੁਹਾਨੂੰ ਪਹਿਲੇ ਦੱਸਦਾ ਮੈਂ ਤੁਹਾਨੂੰ ਤੁਹਾਡੇ ਐਗਜ਼ਾਮਸ ਦੇ ਹਿਸਾਬ ਨਾਲ ਤੁਹਾਡੇ ਪੇਪਰ ਦੇ ਹਿਸਾਬ ਨਾਲ ਪੜ੍ਹਾ ਰਿਹਾ ਮੈਂ ਤੁਹਾਨੂੰ ਤੁਹਾਡੇ ਸਿਲੇਬਸ ਦੇ ਹਿਸਾਬ ਨਾਲ ਕਰਵਾ ਰਿਹਾ ਠੀਕ ਹੈ ਹੁਣ ਆ ਜਾਂਦਾ ਤੁਹਾਡੇ ਕੋ ਵਾਟ ਆਰ ਦਾ ਵੇਰੀਅਸ ਫੰਕਸ਼ਨਸ ਆਫ ਸਾਲਟ ਬ੍ਰਿਜ ਇੱਥੋਂ ਮੈਂ ਥੋੜਾ ਜਿਹਾ ਅਰੇਂਜ ਕਰਦਾ ਕਿਉਂਕਿ ਇੱਥੇ ਸਮਝਾ ਦੇਣਾ ਫੰਕਸ਼ਨਸ ਆਫ ਸਾਲਟ ਬ੍ਰਿਜ ਇਹ ਇੰਪੋਰਟੈਂਟ ਜੇ ਫੰਕਸ਼ਨਸ ਆਫ ਸਾਲਟ ਬ੍ਰਿਜ ਦੇ ਕੀ ਫੰਕਸ਼ਨ ਨੇ ਸੋ ਸਾਲਟ ਬ੍ਰਿਜ ਦਾ ਸਭ ਤੋਂ ਪਹਿਲਾ ਫੰਕਸ਼ਨ ਹੈਗਾ ਇਹ ਕੀ ਕਰਦਾ ਇਹ ਪ੍ਰੋਵਾਈਡ ਕਰਵਾਉਂਦਾ ਇਲੈਕਟ੍ਰੀਕਲ ਨਿਊਟਰਲਿਟੀ ਟੂ ਬੋਥ ਦਾ ਇਲੈਕਟ੍ਰੋਲਾਈਟ ਦੋਨਾਂ ਇਲੈਕਟ੍ਰੋਲਾਈਟ ਦੇ ਵਿੱਚ ਦੇਖੋ ਨਾ ਇੱਧਰ ਜਿਹੜੇ ਨੈਗੇਟਿਵ ਆਇਨ ਸੀ ਉਹਨੇ ਇਸ ਪੋਜ਼ਿਟਿਵ ਸੋਲੂਸ਼ਨ ਦੇ ਨਾਲ ਮਿਲ ਕੇ ਇਹਨੂੰ ਨਿਊਟਰਲਾਈਜ਼ ਕਰ ਲਿਆ ਔਰ ਇੱਧਰ ਜਿਹੜੇ ਪੋਜ਼ਿਟਿਵ ਆਇਨ ਸੀ ਉਹ ਨੈਗੇਟਿਵ ਆਇਨਸ ਨਾਲ ਮਿਲ ਕੇ
ਪੋਜ਼ਿਟਿਵ ਸੋਲੂਸ਼ਨ ਨਿਊਟਰਲਾਈਜ਼ ਹੋ ਗਿਆ। ਇਹਦਾ ਜਿਹੜੇ ਨੈਗੇਟਿਵ ਆਇਨ ਸੀ ਉਹ ਪੋਜ਼ਿਟਿਵ ਆਇਨਸ ਨਾਲ ਮਿਲ ਕੇ ਇਹ ਵਾਲਾ ਸੋਲੂਸ਼ਨ ਨਿਊਟਰਲਾਈਜ਼ ਹੋ ਗਿਆ। ਸੋ ਇਹਨੇ ਕੀ ਪ੍ਰੋਵਾਈਡ ਕਰਵਾਇਆ, ਇਹਨੇ ਨਿਊਟਰਲਿਟੀ ਪ੍ਰੋਵਾਈਡ ਕਰਵਾਤੀ। ਇਟ ਮੇक्स ਦਾ ਇਲੈਕਟ੍ਰੋਲਾਈਟ ਨਿਊਟਰਲ। ਠੀਕ ਹੈ, ਸੋ पहला हैगा मेंटेन इलेक्ट्रिकल न्यूट्रलिटी। क्लियर, पहला पॉइंट। दूसरा पॉइंट है इट कंप्लीट्स द सर्किट। देखो तुहानू पता कि जदों एक टाइम ये भी आया ही कि जदों इत्थे बहुत सारा पॉजिटिव चार्ज हो गया सी और इत्थे बहुत सारा नैगेटिव चार्ज हो गया ही ते करंट फ्लो नहीं हो रहा, यानी कि सर्किट रुक गया ही। पर जिस तरह ही आपां साल्ट ब्रिज की गल की, साल्ट ब्रिज नाल की हो गया कि बाहरी सर्कल दे विच इलैक्ट्रॉन्स मूव कर करके आएंगे और अंदर वाले सर्कल दे विच जेड़ा वा आयंस जेड़े आ न्यूट्रलाइज करी जाएंगे। इस करके एक हिसाब दा पूरा सर्किट कंप्लीट हो गया। इट कंप्लीट्स द न्यूट्रलिटी। क्लियर होगी गल। एक होर खास गल इहदे ते ध्यान रखने वाली हैगी आ कि जेड़ा साडा इलैक्ट्रोलाइट है या जेड़ा साडा साल्ट ब्रिज है, वो साल्ट ब्रिज ऐ नहीं है कि तुसी कोई भी यूज कर सकते हो। साल्ट ब्रिज दे विच कुछ कंडीशंस ने ਇਹ ਵੀ ਦਿੱਤੀਆਂ ਹੋਈਆਂ। what are the various conditions for the electrolyte or the salt bridge material to use in the cell। ਕਿਸੇ ਸੈੱਲ ਦੇ ਵਿੱਚ ਅਗਰ ਤੁਸੀਂ ਕੋਈ ਸਾਲਟ ਬ੍ਰਿਜ ਯੂਜ਼ ਕਰੇ ਕਰਦੇ ਹੋ ਤਾਂ ਉਹਦੇ ਵਿੱਚ ਤੁਸੀਂ ਇਲੈਕਟ੍ਰੋਲਾਈਟ ਦਾ ਯੂਜ਼ ਕਰਨਾ ਤੇ ਕਿਹੜਾ ਕਰਨਾ ਔਰ ਕਿਉਂ ਤੁਸੀਂ ਇਹੀ ਇਲੈਕਟ੍ਰੋਲਾਈਟ ਦਾ ਯੂਜ਼ ਕੀਤਾ, ਇਹ ਵੀ ਕਹਿ ਸਕਦੇ। ਦੇਖੋ ਬੜਾ ਸਿੰਪਲ ਜੀ ਗੱਲ ਹੈ, ਕੁਝ ਚੀਜ਼ਾਂ ਦਾ ਧਿਆਨ ਰੱਖਣ ਵਾਲਾ। सब तो पहली गल जिहड़ी हैगी आ वो हैगा कि तुहाडा जिहड़ा इलैक्ट्रोलाइट है, ठीक है, कंडीशंस फॉर साल्ट ब्रिज। साल्ट ब्रिज दे लई की कंडीशंस ने। नंबर एक हैगा इनर्ट इलैक्ट्रोलाइट होना चाहिए। इनर्ट इलैक्ट्रोलाइट का मतलब की हो गया, देखो इनर्ट इलैक्ट्रोलाइट का मतलब यह होया कि अगर यह इलैक्ट्रोलाइट के आयंस टुटते ने ते अलग अलग इलैक्ट्रोलाइट सी तुहाडे साल्ट ब्रिज दा यह टुटिया अलग अलग सैल दे विच गए, ए वाले हाफ सैल च, ए वाले हाफ सैल च, ते इहदी मैटल या सोल्यूशन दे किसी भी होर मटीरियल दे नाल ए रिएक्ट ना करन। ऐ ना होए कि इधरों जान ते इत्थे अपना ही कोई कंपाउंड बना देन। इस करके तुहाडा जिहड़ा इलैक्ट्रोलाइट जो कि तुसी साल्ट ब्रिज दे विच यूज कीता वो इस हिसाब नाल इनर्ट होना चाहिए। और यह डिपेंड इस चीज ते भी करदा कि तुहाडा इलैक्ट्रोलाइट मटीरियल केड़ा। अगर तुसी इहदी बजाय सिल्वर निकल सिल्वर सैल यूज करे करदे हुंदे ते तुसी पोटैशियम क्लोराइड यूज नहीं कर सकदे, क्योंकि तुहाडा जिहड़ा सिल्वर है वो बहुत तेजी दे नाल क्लोरीन दे नाल यानी कि फ्लोराइड दे नाल रिएक्ट करदा और प्रेसिपिटेशन कर दिंदा। यानी कि तुहाडा इलैक्ट्रोलाइट जो कि मिलाया गया जो कि पाया गया तुहाडे साल्ट ब्रिज दे विच वो इस हिसाब नाल इनर्ट होना चाहिए कि ना कि वो रिएक्ट करे, ना कोई कंपाउंड बनाए दूसरे सैल विच जाके हाफ सैल च, और ना ही किसी तरह की प्रेसिपिटेशन वगैरह करे। दूसरी गल हैगी आ मोबाइलिटी होनी चाहिए, हाईली मोबाइल। मोबाइलिटी का मतलब हुंदा आयंस का मूव करना। ਇਹਦੇ ਵਿੱਚ ਜਿਹੜੇ ਆਇਨਸ ਹੋਣ ਇਲੈਕਟ੍ਰੋਲਾਈਟ ਦੇ ਉਹ ਇਕੁਅਲ weight ਦੇ ਹੋਣ ਔਰ ਉਹਨਾਂ ਦਾ ਮੋਸ਼ਨ ਇੱਕੋ ਜਿਹਾ ਹੋਏ। ਇਹ ਨਹੀਂ ਹੈ ਕਿ ਪੋਜ਼ਿਟਿਵ ਆਇਨ ਜਿਹੜਾ ਉਹ ਮੂਵ ਕਰਕੇ ਇੱਕ ਇਲੈਕਟ੍ਰੋਲਾਈਟ 'ਚ ਚਲਾ ਵੀ ਜਾਏ ਤੇ ਨੈਗੇਟਿਵ ਆਇਨ ਜੋ ਹੈ ਉਹ ਮੋਸ਼ਨ ਹੀ ਨਾ ਕਰ ਪਾਏ। ਉਹਦੇ ਨਾਲ ਕੀ ਹੋਏਗਾ, ਇੱਕ ਇਲੈਕਟ੍ਰੀਕਲ ਨਿਊਟਰਲਿਟੀ ਜਿਹੜੀ ਹੈ ਇੱਕੋ 'ਚ ਹੀ ਵਧੇਗੀ, ਫਿਰ ਪੂਰੀ ਤਰ੍ਹਾਂ ਨਾਲ ਪੋਟੈਂਸ਼ੀਅਲ ਕ੍ਰੀਏਟ ਨਹੀਂ ਹੋ ਪਾਏਗਾ ਔਰ ਸੈੱਲ ਆਪਣਾ 100% ਵਧੀਆ ਵਰਕ ਨਹੀਂ ਕਰ ਪਾਏਗਾ। याद रखियो यह चीज फिजिक्स तो है, किसी भी जगह के उत्ते चार्ज का मूव करना, एक जगह तो दूसरी जगह तक चार्ज गया, उहदे पिछे सब तो वड्डा कारण की है पता है, उहदे पिछे सब तो वड्डा कारण हैगा पोटेंशियल डिफरेंस। जदों तक पोटेंशियल डिफरेंस नहीं होएगा चार्ज मूव नहीं कर सकता, है ना। तुहाडा पहला यूनिट फिजिक्स का इलैक्ट्रोस्टैटिक है, उहदे विच चार्ज नूं खलोता दस्सिया गया, ठीक है। पर जिद्दां ही चार्ज के मोशन की गल होनी है ते आपां बार-बार व्हाट काज द चार्ज टू मूव, की कारण है कि चार्ज मूव करदा। सेम गल इत्थे भी आंदी है, अगर ए आयंस इक्वली मोबाइल नहीं होणगे, इक्वली मूव नहीं करनगे ते एक पासे मोबाइलिटी ज्यादा होण करके ए ज्यादा न्यूट्रल हो जाएगा, दूजे पासे न्यूट्रल नहीं होएगा और करंट के प्रवाह के उत्ते फर्क पेगा, सैल की पोटेंशियल यानी कि वोल्ट घट जाएगी। ठीक है, समझ आ गया।
क्लीयर हो गई गल। ਇਹਦੇ ਨਾਲ ਇੱਕ ਚੀਜ਼ ਹੋਰ ਵੀ ਧਿਆਨ ਰੱਖਣਾ ਕਿ ਇਹ ਜਿਹੜਾ ਸਾਲਟ ਬ੍ਰਿਜ ਆ ਇਹ ਇਸ ਮੋਬਾਇਲਿਟੀ ਦੇ ਕਰਕੇ ਲਗਾਤਾਰ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਵਾ ਇੱਥੇ ਆਪਾਂ ਇਹਦਾ ਤੀਸਰਾ ਪੁਆਇੰਟ ਕਹਿ ਸਕਦੇ ਹਾਂ ਇਟ ਆਲਵੇਜ਼ ਮੇਨਟੇਨ potential difference between two half cells। ਇਹ ਮੇਰੇ ਕੋਲੋਂ ਲੈ ਲਓ ਪੁਆਇੰਟ, ਇਹ ਇਸੇ ਗੱਲ ਤੋਂ ਨਿਕਲਿਆ। ਕਈ ਵਾਰ ਇਸ ਤਰ੍ਹਾਂ ਹੋ ਵੀ ਜਾਂਦਾ, ਤੁਸੀਂ ਪੜ੍ਹਦੇ ਕਿਸੇ ਚੀਜ਼ ਨੂੰ ਵਧੀਆ ਸਮਝ ਲੈਂਦੇ ਹੋ ਜਾਂ ਸਮਝਾ ਦਿੰਦੇ ਆ। ਸੋ ਐਸੀ ਫੰਕਸ਼ਨ ਸਾਲਟ ਬ੍ਰਿਜ ਦੇ ਆਪਾਂ ਪੜਿਆ ਇਲੈਕਟ੍ਰੋਕੈਮੀਕਲ ਸੈੱਲ ਇੱਕ ਅਲੱਗ ਚੀਜ਼ ਹੈ ਜਿਹਦੇ ਵਿੱਚ ਆਪਾਂ ਇਲੈਕਟ੍ਰੋਕੈਮੀਕਲ ਸੈੱਲ 'ਚ ਗੱਲ ਕੀਤੀ, ਦੋ ਹਾਫ ਸੈਲਸ ਨੇ, ਆਕਸੀਡੇਸ਼ਨ ਹਾਫ, रिडक्शन हाफ, एक पासे इलेक्ट्रॉन लूज होके दूजे पासे जा रहे हैं, इधर ऑक्सीडेशन होनी है, इधर रिडक्शन होनी है, सो ऑन सो ऑन सो ऑन। ਇਹ ਤੁਹਾਡਾ ਸਾਲਟ ਬ੍ਰਿਜ ਹੈ। ਸਾਲਟ ਬ੍ਰਿਜ ਦਾ ਕੀ ਰੋਲ ਹੈ, ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਿਓ, ਇਹ ਬੜੇ ਕੰਮ ਦੀ ਚੀਜ਼ ਹੈ। ਹੋਪ ਸੋ ਤੁਹਾਨੂੰ ਸਮਝ ਆ ਗਿਆ ਹੋਏ। ਅੱਜ ਲਈ ਇੰਨਾ ਹੀ ਆਪਾਂ ਕਰਨਾ, ਇਸ ਤੋਂ ਜ਼ਿਆਦਾ ਨਹੀਂ ਕਰਨਾ, ਕਿਉਂਕਿ ਕੱਲ ਨੂੰ ਅਸੀਂ ਇਸੇ ਸੈੱਲ ਦੇ ਬੇਸ ਦੇ ਉੱਤੇ ਕੁਝ ਸੈਲਸ ਦੀ ਐਪਲੀਕੇਸ਼ਨ ਪੜ੍ਹਨੀ ਆ। और ਇਹਦਾ ਇੱਕ ਬੜਾ ਟਫ ਜਿਹਾ ਟੌਪਿਕ ਜਿਹੜਾ ਸਾਰਿਆਂ ਨੂੰ ਲੱਗਦਾ ਨਾਨਸਟ ਇਕੁਏਸ਼ਨ, ਉਹਦੇ ਤੇ ਗੱਲ ਹੋਣੀ। ਠੀਕ ਹੈ, ਇਲੈਕਟ੍ਰੋਡ ਪੋਟੈਂਸ਼ੀਅਲ ਦਾ ਸਾਡਾ ਨੈਕਸਟ ਟੌਪਿਕ ਰਹੇਗਾ। ਇਹ ਸਾਰੇ ਟੌਪਿਕ ਪਹਿਲਾਂ ਹੀ ਦੱਸਣ ਦਾ ਕਾਰਨ ਹੈ ਕਿ ਤੁਹਾਡਾ ਥੋੜਾ ਇੰਟਰਸਟ ਬਣ ਜਾਏ ਔਰ ਤੁਸੀਂ ਇਹਨੂੰ ਵਧੀਆ ਤਰੀਕੇ ਨਾਲ ਸਮਝ ਸਕੋ। ਇਸ ਚੈਪਟਰ ਨੂੰ ਮੋਸਟਲੀ ਸੌਖਾ ਹੀ ਮੰਨਿਆ ਜਾਂਦਾ, ਪਰ ਜਦੋਂ ਆਪਾਂ ਇਸ ਚੈਪਟਰ ਨੂੰ ਥੋੜਾ ਡੈਪਥ ਪੜ੍ਹਨਾ ਸ਼ੁਰੂ ਕਰਦੇ ਹਾਂ ਤੇ ਪ੍ਰੋਬਲਮ ਕ੍ਰੀਏਟ ਕਰਨੀ ਸ਼ੁਰੂ ਕਰ ਦਿੰਦਾ। पर आप बिल्कुल डीपली पढ़िया अजे तक, और अगे भी बहुत वधिया तरीके नाल करांगे। लैक्चर जिन्ना भी होएगा वो काम दा ही होएगा, कोई चीज रिवाइज नहीं की जाएगी। और एक बार फिर तुहानूं कह देना 12th वालियां नूं कि बेटा जी ये क्लासिस चलदियां पईयां ने, इहदा फायदा लो। जरूरी नहीं आ, एक बारी अपने मन नूं बना के देखो, चाहे फिजिक्स है चाहे केमिस्ट्री है, असी इनू इक्वल तरीके नाल करवाए करते हैं। यह बिल्कुल नहीं है कि नहीं सर फिजिक्स दे विच ना यह कॉन्सैप्ट जिहड़ा तुसीं करवाया नहीं, या केमिस्ट्री में है तुसीं छड़ाया। मैं कुछ नहीं छड़वाया, ना मैं छड़वाना, मैं पूरा करवावांगा। मैं सिर्फ तुहाडी कोई इक्को चीज़ की मांग करदा, रैगूलर पढ़ो। अगर किसी नूं मेरे टॉपिक्स नाल कोई प्रॉब्लम है तो मैं कहांगा उहदी यह प्रॉब्लम इस करके हो सकती है कि उन्हें सीधा ही चौथा यूनिट पढ़ लिया होना, सीधा ही चौथा टॉपिक पढ़ लिया होना। यह गलत है। तुसी आओ ना पहले टॉपिक ते, पहले यूनिट ते, पहले पार्ट ते, वीडियो ते मैं करवाया पहले 1 बाय 1 लैक्चर, और मैं कोई चीज़ नहीं छटाई। तुसी चौथी पढ़ते पे हो, उहदे करके प्रॉब्लम है। सो प्लीज़ मेरे कहने ते एक बार, चाहे फिजिक्स है चाहे केमिस्ट्री है, जो भी यूनिट करते पे हो उहदा पहला लैक्चर जरूर देख लो। पहले लैक्चर तो इंटरस्ट बनना शुरू होएगा, पूरा हो जाएगा। तुहानूं किताब खोलने की लोड़ नहीं पैनी, पर मैं फिर भी बोलना किताब इस करके खोलो कि मेरा करवाया किते कोई गलत तो नहीं है कागज, मेरी करवाई चीज़ इस तरह की तो नहीं कि नहीं सर ने करवाती है तो बुक दे विच है ही नहीं है, तो सर ने गलत करवा दिता। इस तरह कुछ नहीं होएगा। भरोसा रखो मेरे ते, और मैनू भरोसा वा तुहाडे ते, तुसीं मेरी गल मन्नोगे। और मेरे इस अभियान जिहदे विच मैं चाहना कि हर एक स्टूडेंट जिहड़ा वा ना वो हाईली ग्रेडेड पढ़े, हर एक चीज़ समझे, क्योंकि असी सोचते हैं कि शायद एजुकेशन वास्ते असी किसी टीचर ते डिपेंड है। ਅਸੀਂ सोचते हैं कि एजुकेशन वास्ते कोई स्कूल या कॉलेज सानू दसेगा या कोई बड़ी स्पैशल बुक होएगी। इस तरह कुछ नहीं है यार। तुसीं नोट करो, अगर तुसीं एक बड़ी सिंपल जी एग्जांपल नोट कर लो, अगर तुसीं किसी भी चीज़ नूं समा दिता ते वो चीज़ तुहाडी हो गई, चाहे वो तुहाडे किसी फेवरेट कपड़े की गल आंदी है, चाहे कोई फेवरेट शूज़ की गल आंदी है, चाहे बाइक की गल आंदी है, कुछ भी है। उसे तरह ही तुहाडी एजुकेशन है। अगर तुसी इहनूं समा दिओगे, मेरे लैक्चर्स नूं टाइम दे के देखो, देखो चीज़ समझ आंदी कि नहीं आंदी, प्रॉपर आएगी और किते जाण दी लोड़ नहीं पेगी। अगे तुहाडी समझ है, तुसी किदां करदे हो। ठीक है, ओके बेटा जी। इहनूं अगर चंगा लगे तो लाइक कर देना, और एक बार फिर तो शेयर करने की कोशिश करो अपने सर्कल च। जो स्टूडेंट नहीं ट्यूशनस लै पा रहे, जो स्टूडेंट नहीं किसी पासे जा पा रहे, उन्होंने दसो कि एक लैक्चर इस तरह के दिते जा रहे हैं जिहड़े बिल्कुल फ्री ऑफ कॉस्ट ने, नोट्स तक दिते जा रहे हैं, बाहर जाने की कोई जरूरत ही नहीं। ठीक है जी, हैव अ नाइस डे।